ਤੇ ਸਾਡੇ ਜਾਣ ਤੋਂ ਪਹਿਲੋਂ ਇਹ ਜਿਹੜਾ ਜ਼ਿਕਰ ਹੋ ਰਿਹਾ ਸੀ ਕਿ ਜਨਾਬ ਸਾਡੇ ਕੋਲ ਪੈਸੇ ਤੇ ਲੈ ਨੇ ਲੇਕਿਨ ਸਾਨੂੰ ਰਸੀਦ ਨਹੀਂ ਦੇ ਰਹੇ। ਔਰ ਰਸੀਦ ਨਾ ਦੇਣ ਦੀ ਵਜ੍ਹਾ ਉਹ ਇਹ ਬਿਆਨ ਕਰ ਰਹੇ ਨੇ ਕਿ ਜਿਹੜਾ ਬੰਦਾ ਫੌਤ ਹੋਇਆ ਉਹਦੇ ਸ਼ਨਾਖਤੀ ਕਾਰਡ ਦੀ ਕਾਪੀ ਦਿਓ। ਤੇ ਉਹਨਾਂ ਨੂੰ ਫਿਰ ਉਹ ਜਿਹੜੇ ਲਵਾਜ਼ਮਾਤ ਨੇ, ਜਿਹੜੇ ਇੰਤਜ਼ਾਮੀਆਂ ਦੀ ਤਰਫੋਂ ਨੇ ਪੈਸੇ, ਉਹ ਪੁੱਛੇ ਜਾਂਦੇ ਨੇ ਤੇ ਉਹ ਮਾੜੇ ਲੋਕ ਇੱਕ ਦੂਜੇ ਕੋਲੋਂ ਇਕੱਠੇ ਕਰਕੇ ਤੇ ਉਹ ਅਦਾ ਕਰ ਦਿੰਦੇ ਨੇ। ਸਾਨੂੰ ਇਹਦੇ ਉੱਤੇ ਸੋਚਣਾ ਚਾਹੀਦਾ ਕਿ ਕੱਲ ਨੂੰ ਅਸਾਂ ਵੀ ਬਿਸਮਿल्लाहिर रहमानिर रहीम। ਦੋਸਤੋ अस्सलाम वालेकुम। ਅੱਲਾਹ ਤਾਲਾ ਅੱਗੇ ਦੁਆ ਹੈ ਕਿ ਤੁਸੀਂ ਸਾਰੇ ਇਸ ਵੀਡੀਓ ਨੂੰ ਦੇਖਣ ਵਾਲੇ ਦੋਸਤ, ਭੈਣਾਂ, ਭਾਈ ਔਰ ਬਜ਼ੁਰਗ, ਅੱਲਾਹ ਤਾਲਾ ਤੁਹਾਨੂੰ ਸਭ ਨੂੰ ਸਿਹਤ और ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇ। ਆਮੀਨ ਸੁਮਾ ਆਮੀਨ। ਦੋਸਤੋ ਅੱਜ 9 ਨਵੰਬਰ ਹੈ ਔਰ ਅਲਾਮਾ ਇਕਬਾਲ ਸਾਹਿਬ ਦਾ ਦਿਨ ਹੈ। ਉਸ ਦਿਨ ਦੀ ਨਿਸਬਤ ਦੇ ਨਾਲ ਅੱਜ ਇੱਕ ਤੁਹਾਡੇ ਅੱਗੇ ਸ਼ੇਰ ਬੋਲਣਾ मैं। खुदी को कर बुलंद इतना हर तकदीर से पहले, खुदा बंदे से खुद पूछे बता तेरी रज़ा क्या है। ਇਹ ਅਲਾਮਾ ਇਕਬਾਲ ਸਾਹਿਬ ਨੇ ਸ਼ੇਰ ਬੋਲਿਆ ਹੋਇਆ ਹੈ ਔਰ ਇਹਦਾ ਜਿਹੜਾ ਮਕਸਦ ਹੈ ਤੁਸੀਂ ਲੋਕ ਬਖੂਬੀ ਜਾਣਦੇ ਹੋ। ਇਸ ਵੀਡੀਓ ਨੂੰ ਆਖਰ ਤੱਕ ਦੇਖਿਆ ਜੇ। ਇਸ ਵੀਡੀਓ ਦੇ ਵਿੱਚ ਮੈਂ ਚੰਦ ਇੱਕ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦਾ ਵਾਂ। ਉਹ ਗੱਲਾਂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਔਰ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਤਾਂ ਦੋਸਤੋ ਮੈਂ ਇੱਕ ਵੀਡੀਓ ਦੇਖ ਰਿਹਾ ਸਾਂ, ਦੇਖ ਕੇ ਮੈਂ ਬੜਾ ਪਰੇਸ਼ਾਨ ਹੋਇਆ ਔਰ ਸੋਚਦਾ ਵੀ ਰਿਹਾ ਔਰ ਪਰੇਸ਼ਾਨੀ ਕੀ ਬਣੀ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਵਾ। ਵੀਡੀਓ ਇਹ ਸੀ, ਲਾਹੌਰ ਦੇ ਇੱਕ ਇਲਾਕੇ ਦੇ ਵਿੱਚ ਕਬਰਸਤਾਨ ਹੈ ਔਰ ਕਬਰਸਤਾਨ ਦੇ ਉੱਤੇ ਜਿਸ ਨੇ ਬਣਾਈ ਹੈ ਉਹ ਬਿਆਨ ਕਰ ਰਿਹਾ ਸੀ ਕਿ ਲਗਭਗ 200 ਮਕਾਨ ਬਣੇ ਹੋਏ ਨੇ ਪਿਲਰਾਂ ਦੇ ਉੱਤੇ ਖੜੇ ਕਰਕੇ। ਔਰ ਜਿਹੜੇ ਉਹਨਾਂ ਦੇ ਵਿੱਚ ਰਿਹਾਇਸ਼ੀ ਨੇ, ਕੋਈ ਵੀ ਰਿਹਾਇਸ਼ੀ ਇਹ ਗੱਲ ਨਹੀਂ ਸੀ ਕਹਿ ਰਿਹਾ ਕਿ ਅਸੀਂ ਇੱਥੇ ਰਹਿੰਦੇ ਹਾਂ। ਸਾਰੇ ਜਿਹਦੇ ਨਾਲ ਵੀ ਉਹ ਗੱਲ ਕਰਨੀ ਚਾਹ ਰਿਹਾ ਸੀ ਤੇ ਉਹ ਇਹ ਕਹਿ ਰਿਹਾ ਸੀ ਅਸੀਂ ਮਹਿਮਾਨ ਆਏ ਹੋਏ ਹਾਂ, ਅਸੀਂ ਬਰਾਤ 'ਤੇ ਆਏ ਹਾਂ। ਇੱਕ ਬੰਦੇ ਨੇ ਇਕਰਾਰ ਕੀਤਾ ਕਿ ਅਸੀਂ ਇੱਥੇ ਰਹਿੰਦੇ ਹਾਂ ਔਰ ਕਿਰਾਏ 'ਤੇ ਰਹਿੰਦੇ ਹਾਂ। ਲੇਕਿਨ ਜਦੋਂ ਉਹਨੂੰ ਵੀ ਉਹ ਸਵਾਲ ਹੋਇਆ ਕਿ ਤੁਸੀਂ ਕਿਰਾਇਆ ਕਿਹਨੂੰ ਦਿੰਦੇ ਹੋ ਤੇ ਉਹਨੇ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਔਰ ਚੰਦ ਦੁਕਾਨਦਾਰਾਂ ਨਾਲ ਵੀ ਉਹਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਦੁਕਾਨਦਾਰ ਵੀ ਇਹ ਦੱਸਣ ਤੋਂ ਇਨਕਾਰੀ ਹੋ ਗਏ ਕਿ ਅਸੀਂ ਕਿਹਦੇ ਕਿਰਾਏਦਾਰ ਹਾਂ। ਇਹ ਹੀ ਕਹਿੰਦੇ ਰਹੇ ਬੰਦਾ ਆਉਂਦਾ ਹੈ ਕਿਰਾਇਆ ਲੈ ਕੇ ਚਲਾ ਜਾਂਦਾ ਹੈ ਲੇਕਿਨ ਸਾਨੂੰ ਇਹ ਇਲਮ ਨਹੀਂ ਉਹ ਕੌਣ ਹੈ, ਕਿੱਥੋਂ ਆਉਂਦਾ ਹੈ। ਉਹਨਾਂ ਆਖਿਆ ਜਦੋਂ ਤੂੰ ਦੁਕਾਨ ਲਈ ਸੀ ਤੇ ਉਸ ਵਕਤ ਵੀ ਤੁਹਾਨੂੰ ਪਤਾ ਨਹੀਂ ਲੱਗਾ? ਨਹੀਂ, ਇਸੇ ਬੰਦੇ ਕੋਲ ਦੁਕਾਨ ਲਈ ਸੀ ਔਰ ਇਹ ਹੀ ਬੰਦਾ ਸਾਡੇ ਕੋਲ ਕਿਰਾਇਆ ਲੈ ਕੇ ਚਲਾ ਜਾਂਦਾ। ਤੇ ਦੋਸਤੋ ਇਹ ਵੇ ਸਾਡੇ ਮੁਆਸ਼ਰੇ ਦੇ ਵਿੱਚ ਖੌਫ ਦੀ ਫਜ਼ਾ ਕਾਇਮ ਹੋ ਗਈ ਹੈ। ਅਸੀਂ ਮਾੜੇ ਲੋਕ ਇੰਨੇ ਮਜਬੂਰ ਹੋ ਗਏ ਹਾਂ ਕਿ ਅਸੀਂ ਆਪਣੀ ਮਜਬੂਰੀ ਤੇ ਦੱਸਦੇ ਹਾਂ ਲੇਕਿਨ ਉਹਦਾ ਹੱਲ ਅਗਰ ਕੱਢਣ ਦੀ ਕੋਈ ਕੋਸ਼ਿਸ਼ ਕਰਦਾ ਹੈ ਤੇ ਉਹਦਾ ਅਸੀਂ ਸਾਥ ਨਹੀਂ ਦਿੰਦੇ। ਤੇ ਇਹ ਦੇਖੋ ਕਿ ਅਸੀਂ ਆਪਣੀ ਮਜਬੂਰੀ ਦੱਸਦਿਆਂ ਹੋਇਆਂ ਵੀ ਖੌਫ ਦਾ ਸ਼ਿਕਾਰ ਰਹਿੰਦੇ ਹਾਂ ਔਰ ਸਾਡੇ 'ਚ ਉਹ ਹਿੰਮਤ ਪੈਦਾ ਨਹੀਂ ਹੁੰਦੀ ਕਿ ਜਿਹੜਾ ਸਾਡੀ ਇਸ ਮਜਬੂਰੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਅਸੀਂ ਉਹਦਾ ਸਾਥ ਦੇਣ ਤੋਂ ਕਾਸਰ ਰਹਿੰਦੇ ਹਾਂ। ਇਸੇ ਤਰ੍ਹਾਂ ਮੁਆਸ਼ਰੇ ਦੇ ਵਿੱਚ ਹੋਰ ਕਈ ਐਸੇ ਹਾਲਾਤ ਨੇ, ਇਸੇ ਤਰ੍ਹਾਂ ਸਾਡੇ ਮੁਆਸ਼ਰੇ ਦੇ ਵਿੱਚ ਹੋਰ ਵੀ ਕਈ ਐਸੇ ਵਾਕਿਆਤ ਨੇ। ਇੱਕ ਮੈਂ ਵਾਕਿਆ ਤੁਹਾਡੇ ਨਾਲ ਸ਼ੇਅਰ ਕਰਨਾ ਵਾ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸੁਣੀ ਸੁਣਾਈਆਂ ਗੱਲਾਂ ਕਰਨ ਦੀ ਬਜਾਏ ਜਿਹੜੀਆਂ ਆਪਣੇ ਨਾਲ ਬੀਤੀਆਂ ਹੋਈਆਂ ਗੱਲਾਂ ਜਾਂ ਜਿਹੜੀ ਕੋਈ ਤਜਰਬੇ ਦੇ ਵਿੱਚ ਗੱਲ ਹੋਵੇ ਜਾਂ ਜਿਹਨੂੰ ਅਸੀਂ ਖੁਦ ਵੇਖਿਆ ਹੋਵੇ, ਸੁਣਿਆ ਹੋਵੇ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਐਸਾ ਕੋਈ ਵਾਕਿਆ ਬਿਆਨ ਕਰਾਂ ਕਿ ਜਿਹੜਾ ਖੁਦ ਦੇਖਿਆ ਹੋਵੇ। ਤੇ ਦੋਸਤੋ ਇਸੇ ਤਰ੍ਹਾਂ ਦਾ ਇੱਕ ਵਾਕਿਆ ਮੈਂ ਸੁਣਾਉਣ ਲੱਗਾ ਤੁਹਾਨੂੰ। ਉਹ ਵਾਕਿਆ ਕੀ ਹੈ? ਵਾਕਿਆ ਇਹ ਵੇ ਕਿ ਇੱਕ ਬੰਦਾ ਸਾਡੇ ਨਾਲ ਦੇ ਮਹੱਲੇ ਦੇ ਵਿੱਚ ਫੌਤ ਹੋ ਜਾਂਦਾ ਹੈ। ਉਹ ਬੰਦਾ ਗਰੀਬ ਹੈ, ਉਹਦੇ ਬੱਚੇ ਵੀ ਮਿਹਨਤ ਮਜ਼ਦੂਰੀ ਕਰਦੇ ਨੇ। ਉਹ ਕਬਰਸਤਾਨ ਜਾਂਦੇ ਨੇ ਆਪਣੇ ਬਾਪ ਦੀ ਤਦਫੀਨ ਵਾਸਤੇ। ਗੌਰਕਨ ਨੂੰ ਦੱਸਦੇ ਨੇ ਕਿ ਇਹ ਅਸੀਂ ਕਬਰ
ਕਢਾਉਣੀ ਹੈ ਤੇ ਇਹ ਜਗ੍ਹਾ ਹੈ, ਤੇ ਉਹਨਾਂ ਨੂੰ ਆਪਣੇ ਕਬਰਸਤਾਨ ਦੇ ਲਾਜ ਦੇ ਮੁਤਾਬਕ ਉਹ ਬੰਦਾ ਦੱਸਦਾ ਹੈ, ਤੇ ਉਹ ਉਹਨੂੰ ਇਜ਼ਹਾਰ ਕਰਦੇ ਨੇ ਕਿ ਅਸੀਂ ਗਰੀਬ ਹਾਂ, ਸਾਨੂੰ ਕੋਈ ਰਿਆਇਤ ਹੋ ਸਕਦੀ ਹੈ, ਤੇ ਉਹਨੂੰ ਥੋੜ੍ਹੇ ਜਿਹੇ ਪੈਸੇ ਰਿਆਇਤ ਕਰ ਦਿੰਦਾ। ਜਨਾਜ਼ੇ ਦਾ ਜਿਹੜਾ ਟਾਈਮ ਰੱਖਿਆ ਹੁੰਦਾ ਹੈ, ਉਸ ਟਾਈਮ 'ਤੇ ਜਨਾਜ਼ਾ ਹੁੰਦਾ ਹੈ ਔਰ ਕਬਰ ਵੀ ਤਿਆਰ ਹੋ ਗਈ ਹੁੰਦੀ ਹੈ। ਜਨਾਜ਼ਾ ਪੜ੍ਹਨ ਤੋਂ ਬਾਅਦ ਜਦੋਂ ਜਿਹੜਾ ਬੰਦਾ ਫੌਤ ਹੁੰਦਾ ਹੈ, ਉਸ ਨੂੰ ਲਹਿਦ 'ਤੇ ਉਤਾਰਨ ਤੋਂ ਬਾਅਦ ਜਦੋਂ ਕਬਰ ਬਣ ਜਾਂਦੀ ਹੈ, ਤੇ ਉਹਨਾਂ ਨੂੰ ਫਿਰ ਉਹ ਜਿਹੜੇ ਲਵਾਜ਼ਮਾਤ ਨੇ, ਜਿਹੜੇ ਇੰਤਜ਼ਾਮੀਆਂ ਦੀ ਤਰਫੋਂ ਨੇ ਪੈਸੇ, ਉਹ ਪੁੱਛੇ ਜਾਂਦੇ ਨੇ, ਤੇ ਉਹ ਮਾੜੇ ਲੋਕ ਇੱਕ ਦੂਜੇ ਕੋਲੋਂ ਇਕੱਠੇ ਕਰਕੇ ਤੇ ਉਹ ਅਦਾ ਕਰ ਦਿੰਦੇ ਨੇ ਜਿੰਨੇ ਉਹਨਾਂ ਨਾਲ ਤੈਅ ਹੋਏ ਹੁੰਦੇ ਨੇ। ਲੇਕਿਨ ਜਿਹੜੀ ਉਹਨਾਂ ਦੀ ਪੈਸਿਆਂ ਦੀ ਰਸੀਦ ਹੈ, ਉਹ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ। ਤੇ ਸਾਨੂੰ ਕਿਵੇਂ ਪਤਾ ਚੱਲਿਆ ਕਿ ਅਸੀਂ ਜਦੋਂ ਰਾਤ ਨੂੰ ਉਹਨਾਂ ਦੇ ਘਰ ਫਾਤਿਹਾ ਕਰਨ ਗਏ, ਤੇ ਸਾਡੇ ਜਾਣ ਤੋਂ ਪਹਿਲੋਂ ਇਹ ਜਿਹੜਾ ਜ਼ਿਕਰ ਹੋ ਰਿਹਾ ਸੀ ਕਿ ਜਨਾਬ ਸਾਡੇ ਕੋਲ ਪੈਸੇ ਤੇ ਲੈ ਨੇ, ਲੇਕਿਨ ਸਾਨੂੰ ਰਸੀਦ ਨਹੀਂ ਦੇ ਰਹੇ, ਔਰ ਰਸੀਦ ਨਾ ਦੇਣ ਦੀ ਵਜ੍ਹਾ ਉਹ ਇਹ ਬਿਆਨ ਕਰ ਰਹੇ ਨੇ ਕਿ ਜਿਹੜਾ ਬੰਦਾ ਫੌਤ ਹੋਇਆ ਉਹਦੇ ਸ਼ਨਾਖਤੀ ਕਾਰਡ ਦੀ ਕਾਪੀ ਦਿਓ। ਤੇ ਉਹਨਾਂ ਕਿਹਾ ਕਿ ਸਾਡੇ ਕੋਲ ਤਾਂ ਸ਼ਨਾਖਤੀ ਕਾਰਡ ਦੀ ਕਾਪੀ ਉਹਨਾਂ ਦੀ ਨਹੀਂ ਹੈ, ਸਾਡੇ ਵਾਲਿਦ ਸਾਹਿਬ ਨੇ, ਲੇਕਿਨ ਸਾਡੇ ਕੋਲ ਆਪਣੀ ਹੈ ਵੇ, ਲੇਕਿਨ ਇਹਨੂੰ ਉਹ ਐਕਸੈਪਟ ਨਹੀਂ ਕਰਦੇ ਪਏ। ਅਸੀਂ ਉਹਨਾਂ ਨੂੰ ਆਖਿਆ ਕਿ ਤੁਸੀਂ ਦੁਬਾਰਾ ਜਾ ਕੇ ਉਹਨਾਂ ਨਾਲ ਗੱਲ ਕਰੋ, ਉਹ ਤੁਹਾਡੀ ਗੱਲ ਸਮਝ ਜਾਣਗੇ ਔਰ ਤੁਹਾਡੇ ਨਾਲ ਤਾਮਨ ਕਰਨਗੇ। ਉਹ ਦੂਸਰੇ ਦਿਨ ਗਏ, ਤੀਸਰੇ ਦਿਨ ਵੀ ਗਏ, ਹੱਤਾ ਕਿ 7 ਜਾਂ 8 ਦਿਨ ਹੋ ਗਏ ਨੇ ਅੱਜ ਤੱਕ। ਅੱਜ ਮੈਂ ਵੀਡੀਓ ਜਿਹੜੀ ਬਣਾ ਰਿਹਾ ਹੁਣ ਤੱਕ ਅਜੇ ਤੱਕ ਉਹਨਾਂ ਨੂੰ ਉਹਨਾਂ ਪੈਸਿਆਂ ਦੀ ਰਸੀਦ ਜਿਹੜਾ ਮੁਤਲਕਾ ਕਬਰਸਤਾਨ ਦੇ ਵਿੱਚ ਬੰਦਾ ਇੰਤਜ਼ਾਮੀਆਂ ਦੀ ਤਰਫੋਂ, ਉਸ ਬੰਦੇ ਨੇ ਉਹਨਾਂ ਪੈਸਿਆਂ ਦੀ ਰਸੀਦ ਨਹੀਂ ਦਿੱਤੀ। ਤੇ ਦੇਖੋ ਕਿੱਡਾ ਵੱਡਾ ਇਹ ਜ਼ੁਲਮ ਹੈ ਕਿ ਅਸੀਂ ਐਜ਼ ਏ ਮੁਆਸ਼ਰਾ ਕਿਸ ਤਰ੍ਹਾਂ ਜਾ ਰਹੇ ਹਾਂ ਕਿ ਜਿਹੜਾ ਬੰਦਾ ਸਾਡੀ ਕਹੀ ਹੋਈ ਗੱਲ ਦੇ ਮੁਤਾਬਕ ਸਾਨੂੰ ਪੈਸੇ ਵੀ ਦੇ ਦਿੰਦਾ, ਲੇਕਿਨ ਅਸੀਂ ਉਹਦੀ ਇੱਕ ਰਸੀਦ ਲਿਖਣ ਵਾਸਤੇ ਸਾਡੇ ਕੋਲ ਟਾਈਮ ਨਹੀਂ ਹੈ ਔਰ ਅਸੀਂ ਉਹਦੀ ਜ਼ਰੂਰਤ ਪੂਰੀ ਨਹੀਂ ਕਰਦੇ। ਸਾਨੂੰ ਇਹਦੇ ਉੱਤੇ ਸੋਚਣਾ ਚਾਹੀਦਾ ਕਿ ਕੱਲ੍ਹ ਨੂੰ ਅਸਾਂ ਵੀ ਕਬਰ ਵਿੱਚ ਜਾਣਾ ਹੈ ਔਰ ਇਸ ਦੁਨੀਆ 'ਤੇ ਬਹਿ ਨਹੀਂ ਰਹਿਣਾ। ਇਹ ਸਾਰਿਆਂ ਨੂੰ ਪਤਾ ਹੈ ਕਿ ਆਖਿਰ ਅਸਾਂ ਵੀ ਇਸੇ ਜਗ੍ਹਾ 'ਤੇ ਹੀ ਜਾਣਾ ਹੈ। ਇਸ ਗੱਲ ਦਾ ਹਰ ਇਨਸਾਨ ਨੂੰ ਪਤਾ ਹੈ ਕਿ ਜੋ ਬੀਜਾਂਗੇ ਉਹ ਹੀ ਵੱਢਣਾ, ਔਰ ਜੋ ਦੁਨੀਆ ਦੇ ਉੱਤੇ ਕਰਕੇ ਜਾਵਾਂਗੇ ਉਹਦਾ ਹੀ ਅੱਗੇ ਜਾ ਕੇ ਜਵਾਬ ਦੇਣਾ ਹੈ। ਕਿਉਂਕਿ ਅਸੀਂ ਇਹ ਲੋਕ ਸੋਚਦੇ ਹਾਂ ਕਿ ਜੋ ਅਸੀਂ ਕਿਸੇ ਨਾਲ ਕਰਾਂਗੇ ਚੰਗਾ ਜਾਂ ਮੰਦਾ, ਉਹ ਹੀ ਅੱਗੇ ਜਾ ਕੇ ਭੁਗਤਾਂਗੇ। ਅਸੀਂ ਆਪਣੇ ਮੁਆਸ਼ਰੇ 'ਚ ਵੇਖਦੇ ਵੀ ਹਾਂ ਕਿ ਜਿਸ ਤਰ੍ਹਾਂ ਕੋਈ ਕਿਸੇ ਨਾਲ ਕਰਦਾ ਹੈ, ਦੁਨੀਆ ਦੇ ਉੱਤੇ ਹੀ ਉਸ ਤਰ੍ਹਾਂ ਉਹਨੂੰ ਬਦਲਾ ਮਿਲਦਾ ਹੈ। ਤੇ ਦੋਸਤੋ, ਇਹ ਸੀ ਅੱਜ ਦੀ ਵੀਡੀਓ। ਅਗਲੀ ਵੀਡੀਓ ਤੱਕ ਲਈ ਇਜਾਜ਼ਤ ਦਿਓ। ਇਸ ਵੀਡੀਓ ਨੂੰ ਲਾਈਕ ਕਰਿਆ ਜੇ, ਸ਼ੇਅਰ ਕਰਿਆ ਜੇ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ, ਔਰ ਕਮੈਂਟ ਬਾਕਸ ਵਿੱਚ ਇੱਕ ਕਮੈਂਟ ਲਾਜ਼ਮੀ ਕਰਿਆ ਜੇ ਤਾਂ ਕਿ ਸਾਨੂੰ ਤੁਹਾਡੀ ਰਾਏ ਦੇ ਬਾਰੇ 'ਚ ਇਲਮ ਹੋ ਸਕੇ। ਅੱਲਾਹ ਤਾਲਾ ਸਾਡਾ ਤੇ ਤੁਹਾਡਾ ਹਾਮੀ ਨਾਸਿਰ ਹੋਵੇ। ਅੱਲਾ ਨਿਗਹਿਬਾਨ।